ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਕਰੋਨਾ ਵਾਇਰਸ ਨੇ ਹਰ ਖੇਤਰ ਦੇ ਵਿੱਚ ਗ੍ਰਾਫ ਨੂੰ ਹੇਠਾਂ ਸਿੱਟ ਦਿੱਤਾ। ਚਾਹੇ ਅਸੀਂ ਇੰਡਸਟਰੀ ਦੀ ਗੱਲ ਕਰ ਲਈਏ, ਚਾਹੇ ਅਸੀਂ ਛੋਟੀਆਂ ਦੁਕਾਨਾਂ ਦੀ ਗੱਲ ਕਰ ਲਈਏ। ਸਿਹਤ ਨੂੰ ਠੀਕ ਰੱਖਣ ਦੇ ਲਈ ਸਭ ਤੋਂ ਵਧੀਆ ਤਰੀਕਾ ਹੈ ਕਸਰਤ ਕਰਨੀ, ਜਿਮ ਵਗੈਰਾ ਕਰਨਾ। ਤਾਂ ਇਸ ਦੇ ਨਾਲ ਹੀ ਅਸੀਂ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ, ਕਿਉਂਕਿ ਅੱਜ ਕੱਲ੍ਹ ਦੀ ਦੌਰ ਦੇ ਵਿੱਚ ਜੋ ਭੱਜ ਦੌੜ ਆ ਉਹਦੇ ਵਿੱਚ ਅਸੀਂ ਆਪਣੇ ਸਰੀਰ ਨੂੰ ਸਹੀ ਰੱਖਣ ਲਈ ਸਭ ਤੋਂ ਵੱਧ ਜਿਮ ਦਾ ਹੀ ਸਹਾਰਾ ਲੈਂਦੇ ਹਾਂ। ਪਰ ਇਸ ਸਭ ਦੇ ਵਿੱਚ ਜਿਮ ਵਾਲੇ ਲੋਕ ਜਿਹੜੇ ਨੇ, ਜਿਮ ਦੇ ਮਾਲਕ ਜਿਹੜੇ ਨੇ, ਉਹ ਕਿਹੜੀਆਂ ਚੀਜ਼ਾਂ ਨੂੰ ਫੇਸ ਕਰ ਰਹੇ ਨੇ, ਕਿਹੜੀਆਂ ਚੁਣੌਤੀਆਂ ਨੇ ਉਹਨਾਂ ਗਾੜੀ, ਇਹ ਸਭ ਲਈ ਜਾਣਨ ਦੇ ਲਈ ਅਸੀਂ ਅੱਜ ਪਹੁੰਚੇ ਹਾਂ ਕ੍ਰਿਸ ਗੈਥਿਨ ਜਿਮ ਦੇ ਮਾਲਕ ਰਿਸ਼ੀ ਰਾਜ ਹੋਣਾ ਦੇ ਕੋਲ। ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਉਹ ਇਸ ਸਮੇਂ ਨੂੰ ਹੰਢਾ ਰਹੇ ਨੇ ਅਤੇ ਕਿਹੜੀਆਂ ਚੁਣੌਤੀਆਂ ਜਿਹੜੀਆਂ ਨੇ ਸਾਹਮਣੇ ਨੇ। ਸਭ ਤੋਂ ਪਹਿਲਾਂ ਤਾਂ ਸਰ ਦੈਨਿਕ ਸਵੇਰਾ ਦੇ ਉੱਪਰ ਸਵਾਗਤ। ਥੈਂਕ ਯੂ ਸੋ ਮਚ ਜੀ, ਤੁਹਾਡਾ ਸਾਰਿਆਂ ਦਾ ਬਹੁਤ ਥੈਂਕਸ। ਔਰ ਮੈਂ ਤੁਹਾਡੇ ਰਾਹੀਂ ਸਾਰੇ ਮੀਡੀਆ ਨੂੰ ਔਰ ਦੈਨਿਕ ਸਵੇਰਾ ਨੂੰ ਬਹੁਤ ਵਧਾਈ ਦਿੰਦਾ ਜਿਸ ਤਰ੍ਹਾਂ ਆਪਾਂ ਲੋਕ ਇਸ ਕੋਵਿਡ-19 ਦੀ ਲੜਾਈ ਦੇ ਵਿੱਚ ਜੋ ਤੁਸੀਂ ਲੋਕ ਸਾਡਾ ਸਾਥ ਦੇ ਰਹੇ ਹੋ ਔਰ ਸਾਨੂੰ ਸਹੀ ਔਰ ਗਲਤ ਖਬਰਾਂ ਦੇ ਵਿੱਚ ਜਿਹੜਾ ਇੱਕ ਡਿਫਰੈਂਸ਼ੀਏਸ਼ਨ ਹੈ ਉਹ ਜਿਹੜਾ ਦੱਸ ਰਹੇ ਹੋ, ਸਾਨੂੰ ਬਹੁਤ ਤੁਹਾਡੇ 'ਤੇ ਮਾਣ ਹੈ ਇਸ ਗੱਲ ਦਾ। ਅਤੇ ਅਸੀਂ ਚਾਹੁੰਦੇ ਹਾਂ ਕਿ ਇਸੇ ਤਰੀਕੇ ਮੀਡੀਆ ਆਪਣਾ ਵਧੀਆ ਰੋਲ ਅੱਗੇ ਵੀ ਪਲੇ ਕਰਦਾ ਰਹੇ। ਧੰਨਵਾਦ। ਜਿਮ ਲਵਰ ਤਾਂ ਜਿਹੜੇ ਹੁੰਦੇ ਆ ਉਹ 2 ਦਿਨ ਵੀ ਉਹਨਾਂ ਲਈ ਕੱਢਣੇ ਬੜੇ ਔਖੇ ਹੋ ਜਾਂਦੇ ਜਿਮ ਲਈ। ਹੁਣ ਤਾਂ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਕਿਵੇਂ ਕੱਢ ਰਹੇ ਹੋ ਦਿਨ? ਦੇਖੋ, ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਕਿ ਸਾਰੇ ਬੰਦੇ ਹੈਲਥ ਐਂਡ ਫਿਟਨੈਸ ਨੂੰ ਲੈ ਕੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਆਪਣਾ ਲਾਈਫ ਦੀ ਪ੍ਰਾਇੋਰਟੀ ਬਣੀ ਹੋਈ ਹੈ। ਔਰ ਵਧੀਆ ਚੀਜ਼ ਇਹ ਹੈ ਕਿ ਲੋਕਾਂ ਨੇ ਹੁਣ ਅੱਜ ਕੱਲ੍ਹ ਹੋਮ ਵਰਕਆਊਟ ਸ਼ੁਰੂ ਕੀਤਾ ਹੈ। ਅਸੀਂ ਲੋਕ ਜਿਮ ਦੇ ਰਾਹੀਂ ਅਸੀਂ ਉਸ ਪਲੈਟਫਾਰਮ ਨੂੰ ਵੀ ਸਪੋਰਟ ਕਰ ਰਹੇ ਹਾਂ। ਅਸੀਂ ਔਨਲਾਈਨ ਆਪਣੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਰੋਜ਼ ਹੋਮ ਵਰਕਆਊਟਸ ਦੀ ਵੀਡੀਓਜ਼ ਪਾ ਰਹੇ ਹਾਂ, ਜਿਹਦੇ ਵਿੱਚ ਲੋਕ ਉਸ ਚੀਜ਼ ਨੂੰ ਫੋਲੋ ਕਰਕੇ ਹੋਮ ਵਰਕਆਊਟ ਕਰ ਸਕਦੇ, ਜਿਹਦੇ ਨਾਲ ਆਪਣੇ ਆਪ ਨੂੰ ਉਹ ਉਸੇ ਤਰੀਕੇ ਨਾਲ ਫਿਟ ਰੱਖ ਸਕਦੇ ਆ। ਪਰ ਜਿਮ ਜਾਣਾ ਹਰ ਇੱਕ ਬੰਦੇ ਦੀ ਨਾ ਇੱਕ ਹੈਬਿਟ ਬਣ ਗਈ ਹੁਣ ਅੱਜ ਦੀ ਡੇਟ 'ਚ। ਤੋ ਜੋ ਉੱਥੇ ਇੱਕ ਤੁਹਾਨੂੰ ਵਰਕਆਊਟ ਕਰਕੇ ਇਕੁਇਪਮੈਂਟਸ ਦੇ ਨਾਲ, ਜਾਂ ਜੋ ਇੱਕ ਮਾਹੌਲ, ਜਾਂ ਤੁਹਾਡੀ ਟ੍ਰੇਨਿੰਗ ਟੀਮ ਹੁੰਦੀ ਹੈ, ਜਾਂ ਤੁਹਾਡੇ ਜਿਹੜੇ ਕੰਪੈਨੀਅਨਸ ਹੁੰਦੇ ਆ ਉਹਦੇ ਨਾਲ ਤੁਸੀਂ ਜੋ ਟ੍ਰੇਨਿੰਗ ਕਰਦੇ ਹੋ, ਉਹਦਾ ਇੱਕ ਡਿਫਰੈਂਟ ਹੀ ਤੁਹਾਨੂੰ ਫੀਲ ਰਹਿੰਦੀ ਹੈ। ਘਰ ਤੁਸੀਂ ਕਰਦੇ ਹੋ ਪਰ ਤੁਸੀਂ ਇੱਕ ਥੋੜ੍ਹੇ ਜਿਹੇ ਲੋ ਮਾਈਂਡ ਦੇ ਨਾਲ ਕਰਦੇ ਹੋ ਕਿ ਹਾਂ ਮੈਂ ਚਲੋ ਆਪਣੇ ਆਪ ਨੂੰ ਫਿਟ ਕਰਨਾ ਅਤੇ ਥੋੜ੍ਹੀ ਜਿਹੀ ਐਕਸਰਸਾਈਜ਼ ਕਰ ਲਵਾਂ। ਸੋ ਮੇਰੇ ਹਿਸਾਬ ਨਾਲ ਜਿਮ ਇੱਕ ਅੱਜ ਦੀ ਟਾਈਮ ਦੇ ਵਿੱਚ ਲਾਈਫ ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ। ਔਰ ਹਰ ਇੱਕ ਬੰਦੇ ਨੂੰ, ਜਿਸ ਤਰ੍ਹਾਂ ਦੀ ਅੱਜ ਕੱਲ੍ਹ ਸਾਡੀ ਸਟਰੈਸਫੁਲ ਲਾਈਫ ਹੈ, ਉਹਦੇ ਵਿੱਚ ਇੱਕ ਸ਼ਾਇਦ ਜਿਮ ਹੀ ਇੱਕ ਇੱਦਾਂ ਦਾ ਸੋਰਸ ਹੈ ਜਿੱਥੇ ਥੋੜ੍ਹਾ ਜਿਹਾ ਲੋਕ ਆ ਕੇ ਆਪਣੇ ਆਪ ਨੂੰ ਰਿਲੈਕਸ ਅਪ ਕਰਦੇ ਔਰ ਇੱਕ ਅੱਛੇ ਮੂਡ ਦੇ ਵਿੱਚ ਆਪਣੇ ਆਪ ਨੂੰ ਫੀਲ ਕਰਦੇ। ਤੁਹਾਡੇ ਜਿਹੜੇ ਵੀ ਉੱਥੇ ਚਾਹੁਣ ਵਾਲੇ ਆਉਂਦੇ ਨੇ ਤੁਹਾਨੂੰ ਜਾਂ ਜਿਮ ਨੂੰ, ਤਾਂ ਉਹਨਾਂ ਨਾਲ ਗੱਲਬਾਤ ਹੁੰਦੀ ਹੈ? ਉਹ ਕਿਵੇਂ ਘਰੇ ਟਾਈਮ ਕਿੱਦਾਂ ਕੱਢ ਰਹੇ ਨੇ ਉਹ ਆਪਣਾ? ਹਾਂਜੀ, ਸਾਰਿਆਂ ਨਾਲ ਗੱਲ ਹੁੰਦੀ ਹੈ ਆਫ ਐਂਡ ਔਨ। ਮੇਰੀ ਜਦੋਂ ਔਨਲਾਈਨ ਟ੍ਰੇਨਿੰਗ ਪ੍ਰੋਗਰਾਮਸ ਦੇ ਉੱਪਰ ਕੁਝ ਸਾਡੇ ਮੈਂਬਰਸ ਹੈਗੇ ਆ ਜਿਹੜੇ ਜਿਮ ਨੂੰ ਲੈ ਕੇ ਬੜੇ ਐਂਥੂਜ਼ੀਆਸਟ ਹੈਗੇ ਆ, ਅਤੇ ਉਹ ਸਾਰਿਆਂ ਨਾਲ ਗੱਲ ਹੁੰਦੀ ਹੈ। ਹਰ ਬੰਦਾ ਮੈਨੂੰ ਇਹੀ ਪਹਿਲੀ ਗੱਲ ਤਾਂ ਇਹੀ ਕਹਿੰਦਾ ਜੀ ਕਿ ਅਸੀਂ ਜਿਮ ਨੂੰ ਬਹੁਤ ਮਿਸ ਕਰ ਰਹੇ ਹਾਂ, ਜਿਹੜੀ ਕਿ ਫੈਕਟ ਵੀ ਹੈ। ਪਰ ਫਿਰ ਵੀ ਇਹ ਹੈ ਕਿ ਹਰ ਬੰਦੇ ਨੇ ਆਪਣੇ ਆਪ ਨੂੰ ਕੋਪ ਅਪ ਕੀਤਾ ਹੋਇਆ ਔਰ ਹਰ ਬੰਦਾ ਸਾਡੇ ਕੋਲ ਇਹੀ ਸਵਾਲ ਪੁੱਛਦਾ ਹੈ ਕਿ ਜੀ ਕਦੋਂ ਤੁਸੀਂ ਜਿਮ ਖੋਲੋਗੇ। ਅਤੇ ਇਹਦਾ ਜਵਾਬ ਅਸੀਂ ਇਹੀ ਦਿੰਦੇ ਹਾਂ ਕਿ ਦੇਖੋ, ਇਸ ਟਾਈਮ ਤਾਂ ਅਸੀਂ ਕੋਵਿਡ ਦੀ ਲੜਾਈ ਦੇ ਵਿੱਚ ਹੈਗੇ ਹਾਂ, ਅਤੇ ਜਦੋਂ ਸਾਨੂੰ ਸੈਂਟਰ ਗੌਰਮੈਂਟ ਤੋਂ, ਪੰਜਾਬ ਗੌਰਮੈਂਟ ਤੋਂ ਜੋ ਵੀ ਇੰਸਟਰਕਸ਼ਨਸ ਆਉਣਗੀਆਂ, ਅਸੀਂ ਉਹਨਾਂ ਨੂੰ ਉੱਦਾਂ ਹੀ ਫੁੱਲਫਿਲ ਕਰਕੇ ਅਤੇ ਆਪਣਾ ਜਿਮ ਨੂੰ ਫਿਰ ਦੁਬਾਰਾ ਰਨਿੰਗ ਕਰਾਂਗੇ। ਅਸੀਂ ਮੀਨਵਾਈਲ ਹਾਲੇ ਬੰਦ ਦੇ ਟਾਈਮ ਦੇ ਵਿੱਚ ਅਸੀਂ ਸਾਰੇ ਜਿਮਸ ਦੀਆਂ ਐਵਰੀ ਵੀਕ ਸੈਨੀਟਾਈਜੇਸ਼ਨ ਹੋ ਰਹੀ ਹੈ ਔਰ ਅਸੀਂ ਸਾਰੀ ਇਕੁਇਪਮੈਂਟਸ, ਸਾਰੇ ਡੰਬਲ, ਸਾਰੀ ਚੀਜ਼ਾਂ ਨੂੰ ਅਸੀਂ ਸੈਨੀਟਾਈਜ਼ ਕਰ ਰਹੇ ਹਾਂ ਐਵਰੀ ਵੀਕ, ਤਾਂ ਕਿ ਜਦੋਂ ਵੀ ਅਸੀਂ ਇਸ ਪੰਜਾਬ ਗੌਰਮੈਂਟ ਜਾਂ ਸੈਂਟਰ ਗੌਰਮੈਂਟ ਦੇ ਕੋਈ ਵੀ ਆਰਡਰਸ ਆਉਣ ਅਤੇ ਅਸੀਂ ਇਮੀਡੀਏਟਲੀ ਔਨ ਫੁੱਟ ਹੋਈਏ ਉਹਦੇ ਵਰਕਿੰਗ ਦੇ ਉੱਪਰ। ਅਤੇ ਇਹਦਾ ਇੱਕ ਦੂਸਰਾ ਪਹਿਲੂ ਇਹ ਹੈ ਕਿ ਕੁਝ ਜਿਮ ਜਿਹੜੇ ਵੱਡੇ ਜਿਮ ਨੇ ਉਹ ਮਤਲਬ ਬਲੈਕ ਹੋ ਗਏ, ਕਿ ਇੱਕ ਹਿਸਾਬ ਨਾਲ ਉਹਨਾਂ ਦੇ ਹੱਥ ਖੜੇ ਹੋ ਗਏ, ਚਾਹੇ ਵੱਡੀਆਂ ਫਰੈਂਚਾਈਜ਼ੀਆਂ ਜਿਹੜੀਆਂ ਹੈਗੀਆਂ ਨੇ, ਮੈਂ ਨਾਮ ਨਹੀਂ ਲਊਂਗਾ। ਪਰ ਤੁਹਾਡੇ ਕੀ ਹਾਲਾਤ ਨੇ? ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਨੇ ਉਹ ਤੋਂ ਤੁਸੀਂ ਖੁਸ਼ ਹੋ? ਦੇਖੋ, ਤੁਸੀਂ ਜਿੱਦਾਂ ਮੈਨੂੰ ਕੱਲ੍ਹ ਰਾਈਟਲੀ ਕਿਹਾ, ਕੁਛ ਇੱਦਾਂ ਦੇ ਜਿਮਸ ਹੈਗੇ ਆ ਜਿਨ੍ਹਾਂ ਨੇ ਆਪਣੇ ਆਪ ਨੂੰ ਉਸ ਸਿਸਟਮ 'ਚ ਨਹੀਂ ਰੱਖਿਆ। ਬਟ ਮੇਰੇ ਜਲੰਧਰ ਦੇ ਵੀ ਕੁਛ ਬ੍ਰਦਰਸ ਹੈਗੇ ਜਿਨ੍ਹਾਂ ਦੇ ਜਿਮ ਹੈਗੇ ਆ, ਮੇਰੀ ਉਹਨਾਂ ਨਾਲ ਵੀ ਕਾਫੀ ਡਿਸਕਸ਼ਨਸ ਹੋਈਆਂ। ਔਰ ਹਰ ਬੰਦਾ ਜਲੰਧਰ ਦੇ ਵਿੱਚ ਖਾਸ ਕਰ ਜਿਮਸ ਨੂੰ ਲੈ ਕੇ ਬਹੁਤ ਜ਼ਿਆਦਾ ਐਨਰਜੀ ਲੈਵਲ ਵਧੀਆ ਹੈ। ਅਤੇ ਮੇਰੀ ਜੋ ਡਿਸਕਸ਼ਨ ਸਾਰਿਆਂ ਨਾਲ ਇਹ ਵੀ ਹੋਈ ਸੀਗੀ ਕਿ ਵੀ ਅਸੀਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਅੱਗੇ ਪਲਾਨ ਅਪ ਲੈ ਕੇ ਚੱਲਣਾ। ਅਤੇ ਅਸੀਂ ਦੇਖਿਆ ਕਿ ਕੁਛ ਦਿੱਕਤਾਂ ਹੈਗੀਆਂ ਜਿਹੜੀਆਂ ਸਾਨੂੰ ਇਸ ਪਰਟੀਕੂਲਰ ਟਾਈਮ ਨੂੰ, ਇਸ ਲੜਾਈ ਨੂੰ ਲੜਨ ਲਈ ਸਾਨੂੰ ਡਿਫੀਕਲਟੀਜ਼ ਦੇ ਰਹੀਆਂ। ਤੁਹਾਡੇ ਨਾਲ ਮੈਂ ਤੁਹਾਡੇ ਰਾਹੀਂ ਮੈਂ ਸ਼ੇਅਰ ਕਰਨਾ ਚਾਹੁੰਦਾ, ਜਿੱਦਾਂ ਆਪਾਂ ਮੰਨ ਲਓ ਅਸੀਂ ਸਾਰਿਆਂ ਨੇ ਇੱਕ ਕਿਰਾਏ ਦੀ ਜਗ੍ਹਾ 'ਤੇ ਜਿਮ ਖੋਲ੍ਹਦੇ ਹਾਂ ਅਤੇ ਉਹਦੇ ਰੈਂਟਸ ਹੈਗੇ ਆ, ਅਤੇ ਉਹ ਸਾਨੂੰ ਇੱਕ ਓਵਰਹੈਡ ਸਾਡੇ ਪੈ ਰਹੇ ਇਸ ਟਾਈਮ ਦੇ ਉੱਪਰ। ਤੁਹਾਨੂੰ ਪਤਾ ਜਿਮ ਦੀ ਰੋਜ਼ ਦੀ ਕੈਸ਼ ਦੀ ਸੇਲ ਹੈ, ਮੈਂਬਰ ਆਏਗਾ, ਉਹਨੇ ਮੈਂਬਰਸ਼ਿਪ ਲੈਣੀ ਆ, ਉਹਦੀ ਫੀਸ ਆਉਣੀ ਆ, ਉਹ ਤੋਂ ਹੀ ਸਾਰਾ ਖਰਚਾ ਚੱਲਣਾ। ਅਤੇ ਸਾਡੇ ਲਈ ਇਸ ਟਾਈਮ ਦੇ ਉੱਪਰ ਜਿੰਨੇ ਵੀ ਜਿਮ ਓਨਰਸ ਹੈ ਉਹਨਾਂ ਨੂੰ ਆਪਣੀ ਫੈਸਿਲਿਟੀ ਨੂੰ ਉਸ ਲੈਵਲ 'ਤੇ ਮੇਨਟੇਨ ਰੱਖਣਾ
ਉਹਦੀ ਸੈਨੀਟਾਈਜੇਸ਼ਨ, ਉਹਦੀ ਕਲੀਨਿਨੈਸ, ਉਹਦੀ ਹਾਈਜੀਨ ਨੂੰ ਮੇਨਟੇਨ ਰੱਖਣਾ, ਇਹ ਵੀ ਇੱਕ ਆਪਣੇ ਆਪ 'ਚ ਐਕਸਪੈਂਸ ਹੈ ਜਿਹੜਾ ਅਸੀਂ ਅੱਜ ਦੀ ਡੇਟ 'ਚ ਵੀ ਕਰ ਰਹੇ ਹਾਂ। ਪਲੱਸ ਸਾਡੀ ਸੈਕਿੰਡ ਟੌਪ ਮੋਸਟ ਪ੍ਰਾਇੋਰਟੀ ਹੈਗੀ ਹੈ ਕਿ ਜਿਹੜੇ ਸਾਡੀ ਲੇਬਰ ਉੱਥੇ ਕੰਮ ਕਰਦੀ ਹੈ, ਚਾਹੇ ਉਹ ਹਾਊਸਕੀਪਿੰਗ ਹੈ, ਚਾਹੇ ਉਹ ਟ੍ਰੇਨਰਸ ਹੈ, ਚਾਹੇ ਉਹ ਸਟਾਫ ਹੈ, ਅਸੀਂ ਉਹਨਾਂ ਦੀ ਬਾਂਹ ਕਦੀ ਵੀ ਨਹੀਂ ਛੱਡਣਾ ਚਾਹੁੰਦੇ। ਅਤੇ ਅਸੀਂ ਇਹ ਦੋ ਚੀਜ਼ਾਂ ਤਾਂ ਆਪਣੇ ਜਿੰਮੇ ਸਪੋਰਟ ਕਰਨ ਲਈ ਲੈ ਸਕਦੇ ਹਾਂ, ਪਰ ਕੁਝ ਹੋਰ ਚੀਜ਼ਾਂ ਜਿੱਦਾਂ ਕਿਰਾਇਆ ਹੋ ਗਿਆ, ਜਾਂ ਪੰਜਾਬ ਗੌਰਮੈਂਟ ਨੇ ਜਿੱਦਾਂ ਆਪਣਾ ਜਿਹੜਾ ਬਿਜਲੀ ਦੇ ਬਿੱਲ ਹੈਗੇ ਆ, ਉਹਨਾਂ ਨੇ ਕਿਹਾ ਕਿ ਜੀ ਜੋ ਤੁਹਾਡਾ ਲਾਸਟ ਈਅਰ ਕੰਜ਼ੰਪਸ਼ਨ ਹੋਈ ਹੈ ਉਹਦੇ ਹਿਸਾਬ ਨਾਲ ਐਵਰੇਜ ਤੁਹਾਨੂੰ ਬਿੱਲ ਆਏਗਾ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਮਾਰਚ ਮਹੀਨੇ ਦੇ ਵਿੱਚ ਮੇਰੇ ਜਿਮ ਦਾ ਜਿਹੜਾ ਬਿੱਲ ਹੈਗਾ ਉਹ 81,000 ਰੁਪਇਆ ਆਇਆ, ਜਿਹੜਾ ਮੈਂ ਪੇ ਕੀਤਾ, ਜਿਹੜਾ ਕਿ 21 ਤਰੀਕ ਤੱਕ ਚੱਲਿਆ। 21 ਤਰੀਕ ਤੱਕ ਚੱਲਿਆ, ਔਰ ਉਸ ਤੋਂ ਬਾਅਦ ਲੋਕਡਾਊਨ ਹੋ ਗਿਆ। ਫਿਰ ਅਸੀਂ ਜੋ ਵੀ ਟਾਈਮ ਚੱਲਿਆ ਉਸ ਦੇ ਹਿਸਾਬ ਨਾਲ 21,000 ਰੁਪਏ ਦਾ ਸਾਡਾ ਬਿੱਲ, ਆਪਣਾ 81,000 ਦਾ ਬਿੱਲ ਸੀਗਾ ਜਿਹੜਾ ਅਸੀਂ ਆਇਆ। ਜੇ ਤੁਸੀਂ ਅਪ੍ਰੈਲ ਮਹੀਨੇ ਦਾ ਦੇਖੋ, ਤੁਹਾਨੂੰ ਪਤਾ ਕਿ ਸਾਰਿਆਂ ਨੂੰ ਲੋਕਡਾਊਨ ਹੈ ਔਰ ਜਿਮਸ ਬਿਲਕੁਲ ਫੰਕਸ਼ਨਲ ਨਹੀਂ ਹੈ, ਤਾਂ ਸਾਡੀ ਜ਼ੀਰੋ ਕੰਜ਼ੰਪਸ਼ਨ ਸੀਗੀ ਬਿੱਲ ਦੀ, ਪਰ ਸਾਡਾ ਫਿਰ ਵੀ ਬਿੱਲ 1,21,000 ਰੁਪਏ ਆਇਆ, ਕਿ ਜੋ ਕਿ ਲਾਸਟ ਈਅਰ ਗਰਮੀਆਂ ਦੇ ਵਿੱਚ ਜਦੋਂ ਸਾਡੇ AC ਵਗੈਰਾ ਔਨ ਹੁੰਦੇ ਉਹਦੇ ਨਾਲ ਸਾਡਾ ਲੋਡ ਵੱਧਦਾ, ਅਤੇ ਜਿਹੜਾ ਲਾਸਟ ਈਅਰ ਸਾਡਾ 1,21,000 ਦਾ ਬਿੱਲ ਅਪ੍ਰੈਲ 'ਚ ਆਇਆ ਸੀਗਾ, ਉਹੀ ਬਿੱਲ ਸਾਨੂੰ ਇਸ ਵਾਰੀ ਅਪ੍ਰੈਲ 'ਚ ਆਇਆ। ਇਹ ਜਿਹੜਾ ਤੁਹਾਡਾ ਬਿੱਲ ਆਇਆ ਆ, ਇਹ ਪਿਛਲੇ ਸਾਲ 2019 ਦੇ ਅਪ੍ਰੈਲ ਦੇ ਵਿੱਚ ਜੋ ਬਿੱਲ ਸੀਗਾ ਉਹਦੇ ਆਧਾਰ ਤੇ ਭੇਜਤਾ, ਜਦ ਕਿ ਤੁਸੀਂ ਪੱਖਾ ਤੱਕ ਨਹੀਂ ਚਲਾਇਆ ਉੱਥੇ। ਬਿਲਕੁਲ ਉਸੇ ਆਧਾਰ ਤੇ ਉੱਪਰ ਉਸੇ ਐਵਰੇਜ ਨੂੰ ਲੈਂਦੇ ਹੋਏ ਸਾਨੂੰ ਉਹ ਬਿੱਲ ਜਨਰੇਟ ਕੀਤਾ ਗਿਆ, ਔਰ ਅਸੀਂ ਉਹਦੀ ਡਿਊ ਡੇਟ ਤੇ ਪੇਮੈਂਟ ਵੀ ਕਰ ਚੁੱਕੇ ਹਾਂ। ਅਸੀਂ ਉਹ ਬਿੱਲ ਪੇ ਕਰਕੇ ਪੰਜਾਬ ਗਵਰਨਮੈਂਟ ਦੇ ਅਕਾਊਂਟ ਦੇ ਵਿੱਚ ਉਹ ਪੈਸੇ ਡੈਬਿਟ ਹੋ ਚੁੱਕੇ ਹੈ। ਪਰ ਅਸੀਂ ਸਿਰਫ ਇਹ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਤੁਹਾਨੂੰ ਪਤਾ ਹੈ ਕਿ ਇਹ ਇਸ ਤਰ੍ਹਾਂ ਦਾ ਕ੍ਰਾਈਸਿਸ ਹੈ ਜਿਹਦੇ ਵਿੱਚ ਕਿਸੇ ਵੀ ਬੰਦੇ ਦੀ ਇੰਟੈਂਸ਼ਨਲ ਮੋਟਿਵ ਨਹੀਂ ਹੈ, ਅਤੇ ਅਸੀਂ ਕਿਸੇ ਵੀ ਪੰਜਾਬ ਗਵਰਨਮੈਂਟ 'ਤੇ ਜਾਂ ਸੈਂਟਰਲ ਗਵਰਨਮੈਂਟ 'ਤੇ ਅਸੀਂ ਓਵਰਲੋਡ ਨਹੀਂ ਪਾਉਣਾ ਚਾਹੁੰਦੇ। ਅਸੀਂ ਇਹ ਚਾਹੁੰਦੇ ਕਿ ਘੱਟੋ ਘੱਟ ਸਾਨੂੰ ਇੱਕ ਇੱਦਾਂ ਦੀ ਸਹੂਲਤ ਦਿੱਤੀ ਜਾਵੇ ਜਿਹਦੇ ਨਾਲ ਅਸੀਂ ਵੀ ਆਪਣੇ ਬਿਜ਼ਨਸ 'ਚ ਬਰੀਥ ਇਨ ਕਰ ਸਕੀਏ। ਸਾਨੂੰ ਘੱਟੋ ਘੱਟ ਇਹ ਬਿਜਲੀ ਦੇ ਬਿੱਲ ਨਾ ਲੱਗਦੇ, ਜਦੋਂ ਸਾਡੀ ਕੰਜ਼ੰਪਸ਼ਨ ਹੋਈ ਨਹੀਂ, ਸਾਨੂੰ ਉਹ ਬਿਜਲੀ ਦਾ ਬਿੱਲ ਨਾ ਲੱਗੇ। ਸਾਨੂੰ ਕਿਰਾਇਆਂ ਦੇ ਵਿੱਚ ਜਿਹੜੀ ਹੈ ਕਿ ਪੰਜਾਬ ਗਵਰਨਮੈਂਟ ਕੋਈ ਇੱਦਾਂ ਦੀ ਦੇਵੇ, ਜਿਹੜੀ ਕਮਰਸ਼ੀਅਲ ਜਗ੍ਹਾ ਹੈਗੀਆਂ ਜਿਨ੍ਹਾਂ ਦੇ ਉੱਪਰ ਬਿਜ਼ਨਸ ਚੱਲਦਾ ਹੈ, ਜਿੱਥੇ ਉਹ ਰੋਜ਼ ਦੀ ਇਨਕਮ ਹੁੰਦੀ ਹੈ ਕੈਸ਼ ਦੀ, ਜੇ ਉਹ ਅੱਜ ਫੈਸਿਲਿਟੀਜ਼ ਨਹੀਂ ਚੱਲ ਪਾ ਰਹੀਆਂ, ਤੇ ਉਹਨਾਂ ਲਈ ਕਿਰਾਏ ਦੇ ਲਈ ਕੀ ਆਪਾਂ ਸਟੈਪ ਲੈ ਸਕਦੇ ਹਾਂ। ਪਰ ਇਹਦੇ ਬਾਰੇ ਤੁਸੀਂ ਕਿਸੇ ਨਾਲ ਗੱਲ ਨਹੀਂ ਕੀਤੀ ਕਿ ਮੈਂ ਤਾਂ ਉੱਥੇ ਕੁਝ ਵੀ ਨਹੀਂ ਚਲਾਇਆ, ਤਾਂ ਫਿਰ ਕਾਹਦਾ ਇੰਨਾ ਬਿੱਲ ਦਾਤਾ? ਮੇਰੀ ਡਿਪਾਰਟਮੈਂਟ 'ਚ ਗੱਲ ਹੋਈ ਸੀਗੀ, ਉਹਨਾਂ ਨੂੰ ਮੈਂ ਪੁੱਛਿਆ ਸੀਗਾ, ਉਹਨਾਂ ਨੇ ਕਿਹਾ ਸਰ ਇਹ ਤੁਹਾਡਾ ਐਵਰੇਜ ਬਿੱਲ ਲਾਸਟ ਈਅਰ ਦੇ ਹਿਸਾਬ ਨਾਲ ਆਇਆ, ਇਹ ਤੁਹਾਨੂੰ ਹਲੇ ਇਹ ਪੇ ਕਰ ਲਓ, ਉਸ ਤੋਂ ਬਾਅਦ ਜਦੋਂ ਅੱਗੇ ਤੁਹਾਡੀ ਐਕਚੁਅਲ ਕੰਜ਼ੰਪਸ਼ਨ ਆਏਗੀ ਉਹਦੇ ਵਿੱਚ ਤੁਹਾਨੂੰ ਇਹ ਡੈਬਿਟ ਹੋ ਜਾਏਗਾ। ਪਰ ਸਾਨੂੰ ਦਿੱਕਤ ਤਾਂ ਅੱਜ ਦੀ ਹੈ, ਸਾਡੀ ਅੱਜ ਸੇਲ ਕੈਸ਼ ਦੀ ਨਹੀਂ ਹੋ ਰਹੀ, ਅੱਜ ਸਾਡੇ ਕੋਲ ਪੈਸਾ ਨਹੀਂ ਆ ਰਿਹਾ। ਜਦੋਂ ਸਾਰਾ ਕੁਝ ਖੁੱਲ੍ਹ ਕੇ ਠੀਕ ਹੋ ਜਾਊਗਾ, ਜੇ ਸਾਡੇ ਕੋਲ ਪੈਸੇ ਆਉਣਗੇ ਤੇ ਅਸੀਂ ਤਾਂ ਅੱਗੇ ਵੀ ਪੇ ਕਰਦੇ ਸੀਗੇ, ਅਸੀਂ ਅੱਗੇ ਵੀ ਕਰਾਂਗੇ। ਪਰ ਸਾਨੂੰ ਜਿਹੜੀ ਇਸ ਟਾਈਮ ਦਿੱਕਤ ਦਾ ਦੌਰ ਹੈ, ਜੇ ਇਹਦੇ ਵਿੱਚ ਸਾਨੂੰ ਸਾਥ ਨਾ ਮਿਲੇਗਾ ਫਿਰ ਅਸੀਂ ਕਿੱਦਾਂ ਸਰਵਾਈਵ ਕਰਾਂਗੇ। ਔਰ ਇਹ ਮੇਰੇ ਇਕੱਲੇ ਦੀ ਨਹੀਂ, ਇਹ ਸਾਰੇ ਜਿਮਸ ਵਾਲਿਆਂ ਦੀ ਹੈ। ਕਿਸੇ ਦੇ ਕੋਲ ਇਨਫਰਾਸਟ੍ਰਕਚਰ ਵੱਡਾ ਹੈ, ਕਿਸੇ ਕੋਲ ਛੋਟਾ, ਹਰ ਇੱਕ ਬੰਦੇ ਦੇ ਖਰਚੇ ਵੱਡੇ ਛੋਟੇ ਉਸ ਹਿਸਾਬ ਨਾਲ ਹੈਗੇ ਹੈ, ਪਰ ਹਰ ਇੱਕ ਬੰਦੇ ਲਈ ਇਸ ਟਾਈਮ 'ਤੇ ਉਹ ਚੀਜ਼ ਦਿੱਕਤ ਦੀ ਹੈਗੀ ਹੈ। ਮੇਰੀ ਤੁਹਾਡੇ ਰਾਹੀਂ ਵੀ ਪੰਜਾਬ ਸਰਕਾਰ ਨੂੰ ਇਹ ਰਿਕੁਐਸਟ ਹੈਗੀ ਕਿ ਐਟਲੀਸਟ ਜਿਹੜੇ ਆ ਬਿਜਲੀ ਦੇ ਚਾਰਜਸ ਸਾਨੂੰ ਐਵਰੇਜ ਦੇ ਹਿਸਾਬ ਨਾਲ ਪੈ ਰਹੇ ਹੈ, ਹਲੇ ਸਾਨੂੰ ਨਹੀਂ ਪਤਾ ਕਿ ਜਿਮਸ ਕਦੋਂ ਖੁੱਲ੍ਹਣੇ ਹੈ, ਕਿਉਂਕਿ ਦਿਸ ਵਿਲ ਬੀ ਦ ਲਾਸਟ ਪ੍ਰਾਇੋਰਟੀ, ਕਿਉਂਕਿ ਇਹ ਇੱਕ ਕੰਫਰਟ ਔਰ ਇੱਕ ਲਗਜ਼ਰੀ ਪ੍ਰੋਸੈਸ ਹੈਗਾ। ਇਸ ਟਾਈਮ 'ਤੇ ਨੈਸੈਸਿਟੀਜ਼ ਚੀਜ਼ਾਂ ਨੂੰ ਖੋਲ੍ਹਣ ਦੀ ਸਭ ਤੋਂ ਪਹਿਲਾਂ ਪ੍ਰਾਇੋਰਟੀ ਹੈ, ਕੰਮ ਨੂੰ ਚਲਾਉਣ ਦੀ ਸਭ ਤੋਂ ਪਹਿਲਾਂ ਪ੍ਰਾਇੋਰਟੀ ਹੈ। ਅਸੀਂ ਉਸ ਚੀਜ਼ ਨੂੰ ਅੰਡਰਸਟੈਂਡ ਕਰਦੇ ਹਾਂ, ਪਰ ਅਸੀਂ ਇਹ ਕਹਿੰਦੇ ਕਿ ਜਦ ਤੱਕ ਵੀ ਉਹ ਬੰਦ ਰਹਿੰਦਾ ਤੇ ਐਟਲੀਸਟ ਸਾਨੂੰ ਇਸ ਚੀਜ਼ਾਂ ਤੋਂ ਥੋੜ੍ਹਾ ਜਿਹਾ ਪਰੇ ਰੱਖਿਆ ਜਾਵੇ, ਤਾਂ ਕਿ ਸਾਨੂੰ ਆਪਣੀ ਪਰਸਨਲ ਇਨਕਮ ਦੇ ਵਿੱਚੋਂ ਉਸ ਚੀਜ਼ 'ਚ ਪੈਸੇ ਪਾ ਕੇ ਆਪਣੇ ਆਪ ਨੂੰ ਫੁੱਲਫਿਲ ਨਾ ਕਰਨਾ ਪਵੇ। ਪਰ ਜਿਸ ਤਰੀਕੇ ਨਾਲ ਪਿਛਲੇ ਸਾਲ ਦੇ ਆਧਾਰ ਨਾਲ ਬਿੱਲ ਅਪ੍ਰੈਲ ਦਾ ਭੇਜ ਦਿੱਤਾ, ਤਾਂ ਹੁਣ ਮਈ ਵੀ ਮੈਨੂੰ ਲੱਗਦਾ ਕਿ ਅੱਧਾ ਖਤਮ ਹੋ ਗਿਆ, ਤੇ 17 ਤਰੀਕ ਨੂੰ ਲੋਕਡਾਊਨ ਅਜੇ, ਕਿਉਂਕਿ ਜਿਮ ਤਾਂ ਪੱਕਾ ਹੈ ਕਿ ਨਹੀਂ ਖੁੱਲਣਗੇ, ਜਿਮ ਲਾਸਟ ਤੇ ਖੁੱਲਣ ਵਾਲੀ ਚੀਜ਼ ਆ, ਤੇ ਫਿਰ ਮਈ ਦਾ ਵੀ ਉਨਾ ਹੀ ਬਿੱਲ ਤੁਹਾਨੂੰ ਦੇ ਦੇਣਗੇ। ਇਹ ਤਾਂ ਹੁਣ ਸਰ ਬਿੱਲ ਆਉਣ 'ਤੇ ਪਤਾ ਲੱਗੇਗਾ, ਅਤੇ ਸਾਡੀ ਤਾਂ ਐਕਸਪੈਕਟੇਸ਼ਨ ਇਹੀ ਹੈ ਕਿ ਉਹ ਜੋ ਅਸੀਂ ਗੱਲ ਡਿਸਕਸ ਕਰ ਰਹੇ ਉਹ ਨਾ ਆਉਣ, ਔਰ ਜ਼ੀਰੋ ਕੰਜ਼ੰਪਸ਼ਨ ਦਾ ਬਿੱਲ ਆਵੇ, ਤਾਂ ਕਿ ਅਸੀਂ ਆਪਣੇ ਆਪ ਨੂੰ ਉਸ ਚੀਜ਼ 'ਤੇ ਸੇਵ ਅਪ ਕਰ ਸਕੀਏ। ਪਰ ਜੇ ਆਏਗਾ ਤਾਂ ਸਾਡੇ ਲਈ ਬੜੀ ਤਕਲੀਫ ਵਾਲੀ ਗੱਲ ਹੋਏਗੀ, ਕਿਉਂਕਿ ਹੁਣ ਸਾਡੇ ਕੋਲ ਜਿਮ ਮਾਡਲ ਦੇ ਵਿੱਚ ਉਹਨੂੰ ਰਨਿੰਗ ਕਰਨ ਲਈ 1 ਰੁਪਏ ਦੀ ਕੈਸ਼ ਸੇਲ ਨਹੀਂ ਹੈਗੀ, ਅਤੇ ਸਾਡੇ ਲੋਕਾਂ ਲਈ ਉਹ ਬਹੁਤ ਜ਼ਿਆਦਾ ਇੱਕ ਪ੍ਰੈਸ਼ਰ ਬਣ ਜਾਏਗਾ ਆਪਣੇ ਆਪ ਨੂੰ ਦੇਣ ਲਈ। ਜਿਹੜਾ ਬੰਦਾ ਸਿਰਫ ਜਿਮ ਦੇ ਉੱਪਰ ਰਿਲਾਈ ਕਰ ਰਿਹਾ, ਉਹਦੇ ਲਈ ਹੋਰ ਵੀ ਜ਼ਿਆਦਾ ਦਿੱਕਤ ਦਾ ਕੰਮ ਹੈ। ਇੱਕ ਗੱਲ ਇਹ ਦੱਸੋ ਕਿ ਜਦੋਂ ਲੋਕਡਾਊਨ ਖਤਮ ਹੋ ਗਿਆ ਜਾਂ ਜਦੋਂ ਜਿਮ ਖੁੱਲ੍ਹ ਗਈ, ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਨੌਜਵਾਨ ਲੜਕੇ ਜਾਂ ਲੜਕੀਆਂ ਜਿਮ 'ਚ ਆਉਂਦੇ ਸੀ ਉਸੇ ਤਾਦਾਦ ਦੇ ਵਿੱਚ ਆਉਣਗੇ? ਕਿਉਂਕਿ ਡਰ ਵੀ ਹੋਊਗਾ, ਕਿਉਂਕਿ ਉੱਥੇ ਪਸੀਨਾ ਹੁੰਦਾ, ਇੱਕ ਦੂਜੇ ਨਾਲ ਮਿਲ ਕੋਲ ਜਿਹੜੇ ਮਸ਼ੀਨ ਨੂੰ ਹੱਥ ਲਾਇਆ ਸਾਰੇ ਸੇਮ ਲਾਉਂਦੇ ਆ, ਤਾਂ ਉਹ ਡਰ ਨਹੀਂ ਬੈਠ ਜਾਊਗਾ ਮਨ ਦੇ ਵਿੱਚ? ਮਨਦੀਪ ਜੀ ਦੇਖੋ, ਮੇਰਾ ਇਹਦੇ ਵਿੱਚ ਆਪਣਾ ਇੱਕ ਵਿਊ ਹੈ। ਤੁਹਾਡਾ ਬਿਲਕੁਲ ਠੀਕ ਪੁਆਇੰਟ ਆ ਔਰ ਬਹੁਤ ਵੈਲਿਡ ਪੁਆਇੰਟ ਆ, ਔਰ ਇਹ ਪੁਆਇੰਟ ਅੱਜ ਦੇ ਟਾਈਮ 'ਚ ਲੋਕਾਂ ਦੇ ਦਿਮਾਗ 'ਚ ਚੱਲ ਰਿਹਾ ਹੈ, ਪਰ ਇਸ ਚੀਜ਼ ਤੋਂ ਸਾਨੂੰ ਓਵਰਕਮ ਵੀ ਕਰਨਾ ਪੈਣਾ। ਅਸੀਂ ਲੋਕਾਂ ਨੇ ਆਪਣੇ ਕ੍ਰਿਸਕਥਨ ਜਿਮਸ ਦੇ ਜਿਹੜਾ ਮਾਡਲ ਦੇ ਵਿੱਚ ਇਹ ਪਲਾਨ ਕੀਤਾ ਹੈ ਕਿ ਅਸੀਂ ਹਰ ਇੱਕ ਉਹ ਪੈਰਾਮੀਟਰਸ ਔਰ SOPs ਅੱਗੇ ਵੀ ਮੇਨਟੇਨ ਕਰਾਂਗੇ, ਜਿਹਦੇ ਨਾਲ ਇੱਕ ਹਾਈਜੀਨ, ਅਸੀਂ ਅੱਜ ਵੀ ਆਪਣੇ ਜਿਮ ਦੇ ਵਿੱਚ ਹਾਈਜੀਨ ਹੋ ਗਿਆ, ਸੈਨੀਟਾਈਜੇਸ਼ਨ ਹੋ ਗਿਆ। ਜੇ ਤੁਸੀਂ ਮੇਰੇ ਅੱਜ ਵੀ ਜਿਮ ਜਾ ਕੇ ਦੇਖੋ, ਜਦੋਂ ਦਾ ਲਾਸਟ ਈਅਰ ਤੋਂ ਖੁੱਲ੍ਹਾ ਹੈ,
ਹਰ ਇੱਕ ਕੋਨੇ ਦੇ ਵਿੱਚ ਸੈਨੀਟਾਈਜੇਸ਼ਨ ਲੱਗੀ ਹੈ, ਪਰ ਲੋਕਾਂ ਨੂੰ ਉਹਦੀ ਵੈਲਿਊ ਅੱਜ ਨਜ਼ਰ ਆਈ ਕਿਉਂਕਿ ਉਸ ਟਾਈਮ ਤੇ ਇਹ ਦੇਖਣ ਨੂੰ ਸਿਰਫ ਇੱਕ ਚੀਜ਼ ਲੱਗਦੀ ਸੀ ਕਿ ਚਲੋ ਇਹ ਸੈਨੀਟਾਈਜੇਸ਼ਨ ਲੱਗਾ, ਪਰ ਅੱਜ ਉਹਨੂੰ ਲੋਕੀ ਯੂਜ਼ ਕਰਦੇ ਸੀਗੇ। ਅੱਛਾ, ਤੁਸੀਂ ਪਹਿਲਾਂ ਲਾਤੇ ਸੀ? ਪਹਿਲੇ ਲਾਤੇ ਸੀ। ਜਦੋਂ ਸਾਡੇ ਜਿਮ ਖੁੱਲੇ ਸੀ ਉਸ ਦਿਨ ਦੇ ਹੀ ਸਾਡੇ ਜਿਮਾਂ ਦੇ ਵਿੱਚ ਹਰ ਇੱਕ ਕੋਨੇ ਤੇ ਟ੍ਰੈਡਮਿਲਸ ਦੇ ਕੋਲ, ਜਿਮ ਦੇ ਹਰ ਇੱਕ ਕਾਰਨਰ ਦੇ ਕੋਲ, ਡੰਬਲਸ ਦੇ ਕੋਲ ਵੀ ਸੈਨੀਟਾਈਜੇਸ਼ਨ ਲੱਗੀ ਹੋਈ ਹੈ ਕਿ ਬੰਦੇ ਆਪਣੇ ਉਹਨੂੰ ਸੈਨੀਟਾਈਜ਼ ਨਾਲ ਸਾਫ਼ ਕਰਕੇ ਯੂਜ਼ ਕਰਨ। ਸੋ ਇਹਦੇ ਵਿੱਚ ਮੇਰੇ ਹਿਸਾਬ ਨਾਲ ਜਿਮ ਦਾ ਬਹੁਤ ਵੱਡਾ ਰੋਲ ਰਹੇਗਾ। ਜੇ ਤੁਸੀਂ ਆਪਣੇ ਮੈਂਬਰਸ ਨੂੰ ਉਹ ਚੀਜ਼ ਦਾ ਕੰਫਰਟ ਦੇ ਸਕਦੇ ਹੋ ਕਿ ਉਹ ਉਸੇ ਤਰੀਕੇ ਨਾਲ ਹੈਗੇ ਜਿੱਦਾਂ ਆਪਣੇ ਘਰ ਬੈਠੇ ਹੈ, ਫਿਰ ਤਾਂ ਤੁਹਾਨੂੰ ਜਿਮ ਦੇ ਵਿੱਚ ਰਨਿੰਗ ਕਰਨ 'ਚ ਕੋਈ ਇਸ਼ੂ ਨਹੀਂ ਆਏਗਾ। ਜੇ ਤੁਸੀਂ ਉਹਨੂੰ ਇੱਕ ਪਬਲਿਕ ਯੂਜ਼ ਪ੍ਰੋਪਰਟੀ ਲੈ ਕੇ ਚੱਲੋਗੇ ਕਿ ਹਾਂਜੀ ਲੋਕੀ ਆਏ ਆ ਆਪਣੀ ਸਿਹਤ ਦਾ ਆਪ ਧਿਆਨ ਰੱਖਣ, ਫਿਰ ਮੇਰੇ ਹਿਸਾਬ ਨਾਲ ਦਿੱਕਤ ਜ਼ਰੂਰ ਰਹੇਗੀ। ਔਰ ਤੁਹਾਨੂੰ ਤਾਂ ਮੈਨੂੰ ਲੱਗਦਾ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਪੈਣਾ ਕਿਉਂਕਿ ਤੁਹਾਡੇ ਜਿਮ ਦੇ ਵਿੱਚ ਸੈਲੀਬ੍ਰਿਟੀਜ਼ ਵੀ ਬਹੁਤ ਆਉਂਦੇ ਨੇ। ਦੇਖੋ ਸਾਡੇ ਲਈ ਹਰ ਇੱਕ ਮੈਂਬਰ ਸਾਡੇ ਲਈ ਸੈਲੀਬ੍ਰਿਟੀ ਹੈ। ਜਿਸ ਬੰਦੇ ਨੇ ਸਾਡੇ ਮੈਂਬਰਸ਼ਿਪ ਦਿੱਤੀ ਹੈ ਸਾਡੀ ਜਿਮ ਦੀ, ਅਸੀਂ ਉਹਨੂੰ ਸੈਲੀਬ੍ਰਿਟੀ ਹੀ ਟਰੀਟ ਕਰਦੇ ਹਾਂ। ਔਰ ਸਾਡੀ ਇਹੀ ਚੀਜ਼ ਹੁੰਦੀ ਹੈ ਕਿ ਕਿਸੇ ਵੀ ਮੈਂਬਰ ਨੂੰ ਕੋਈ ਵੀ ਹੈਲਥ ਇਸ਼ੂਜ਼ ਜਾਂ ਕੋਈ ਵੀ ਇੱਦਾਂ ਦਾ ਇਸ਼ੂ ਨਾ ਹੋਵੇ ਜਿਹਦੇ ਤੋਂ ਉਹ ਬੰਦਾ ਇਸ ਚੀਜ਼ ਤੋਂ ਅਪਸੈਟ ਹੋ ਕੇ ਜਾਵੇ। ਸੋ ਮੇਰੀ ਤੁਹਾਡੇ ਰਾਹੀਂ ਸਾਰੇ ਜਿਮਸ ਨੂੰ ਵੀ ਰਿਕੁਐਸਟ ਇਹ ਹੈ ਕਿ ਆਪਣੀ ਸੈਨੀਟਾਈਜੇਸ਼ਨਸ ਨੂੰ ਔਰ ਹੈਂਡ ਸੈਨੀਟਾਈਜ਼ਰ ਲਗਾਉਣੇ, ਡਿਸਪੋਜ਼ੇਬਲ ਟਾਵਲਸ ਔਰ ਨੈਪਕਿਨਸ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਆਪਣੀ ਸੋਚ ਨੂੰ ਬਣਾਉਣਾ ਸ਼ੁਰੂ ਕਰੀਏ। ਥੋੜ੍ਹਾ ਜਿਹਾ ਖਰਚਾ ਜ਼ਰੂਰ ਹੈਗਾ, ਆਪਾਂ ਨੂੰ ਇਨੀਸ਼ੀਅਲੀ ਇਨਕਰੀਜ਼ ਹੋਏਗਾ, ਪਰ ਅਸੀਂ ਆਪਣੇ ਆਪ ਲਈ ਇੱਕ ਬਹੁਤ ਵਧੀਆ ਏਰੀਆ ਬਣਾ ਲਵਾਂਗੇ ਜਿੱਥੇ ਸਾਡੇ ਮੈਂਬਰਸ ਸਾਡੇ ਨਾਲੋਂ ਜ਼ਿਆਦਾ ਖੁਸ਼ ਹੋ ਕੇ ਆਉਣਗੇ। ਉਹਨਾਂ ਨੂੰ ਕਿਤੇ ਹੋਰ ਜਾਣ ਦਾ ਚਾਹ ਨਾ ਹੋਵੇ, ਪਰ ਜਿਮ ਦਾ ਜਾਣ ਦਾ ਚਾਹ ਜ਼ਰੂਰ ਹੋਊਗਾ। ਇਹ ਮੈਂ ਤੁਹਾਨੂੰ ਮੇਕ ਸ਼ੋਰ ਕਰਦਾ ਕਿ ਜੀ ਅਸੀਂ ਕਰਕੇ ਦਿਖਾਵਾਂਗੇ। ਅਖੀਰ ਦੇ ਵਿੱਚ ਜਿਮ ਲਵਰਸ ਦੇ ਲਈ ਕੋਈ ਮੈਸੇਜ ਕ੍ਰਿਸ ਗੈਥਨ ਜਿਮ ਵੱਲੋਂ? ਮੇਰਾ ਤਾਂ ਸਾਰਿਆਂ ਨੂੰ ਇਹੀ ਮੈਸੇਜ ਹੈ ਜੀ ਕਿ ਵੀ ਵਿਲ ਆਲ ਮੀਟ ਯੂ ਸੂਨ, ਔਰ ਅਸੀਂ ਇਹੀ ਆਪਣਾ ਰਿਕੁਐਸਟ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਰਾ ਕੁਝ ਵਾਪਸ ਔਨ ਟਰੈਕ ਆਵੇ ਔਰ ਅਸੀਂ ਉੱਦਾਂ ਹੀ ਜਿੱਦਾਂ ਪਹਿਲਾਂ ਜਿਮਾਂ ਦੇ ਵਿੱਚ ਹੱਸਦੇ ਖੇਡਦੇ ਜਾਂਦੇ ਸੀਗੇ, ਆਪਣੀ ਸਿਹਤ ਨੂੰ ਠੀਕ ਕਰਦੇ ਸੀਗੇ, ਉੱਦਾਂ ਹੀ ਆਪਣੇ ਲਾਈਫ ਨੂੰ ਹੋਰ ਵਧੀਆ ਕਰਦੇ ਹੋਏ। ਹੁਣ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਹੁਣ ਲੋਕਾਂ ਦੇ ਦਿਮਾਗ ਦੀ ਜਿਹੜੀ ਟੈਨਸ਼ਨਸ ਆ ਉਹ ਵੀ ਘਟ ਗਈਆਂ ਕਿਉਂਕਿ ਜਦੋਂ ਹੁਣ ਰਿਲੈਕਸ ਡਾਊਨ ਹੋਇਆ ਉਹਦੇ ਨਾਲ ਸਾਰੇ ਜਾਣੇ ਈਜ਼ਾ ਹੋ ਗਏ ਆ, ਅਤੇ ਉਹਦੇ ਕਰਕੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਲੋਕੀ ਆਪਣੇ ਹੈਲਥ ਨੂੰ ਹੋਰ ਵਧੀਆ ਦੇਖਣ। ਅਤੇ ਮੇਰੀ ਕ੍ਰਿਸ ਗੈਥਨ ਜਿਮਸ ਵੱਲੋਂ ਸਾਰਿਆਂ ਨੂੰ ਇਹੀ ਮੈਸੇਜ ਹੈ, ਸਟੇ ਹੈਲਦੀ, ਸਟੇ ਸੇਫ, ਸਟੇ ਐਟ ਹੋਮ ਓਨਲੀ। ਅਤੇ ਜਦੋਂ ਜਿਮ ਖੁੱਲ੍ਹਣਗੇ ਅਸੀਂ ਦੁਬਾਰਾ ਸਾਰੇ ਜਾਣੇ ਉਸੇ ਪੈਸ਼ਨ, ਉਸੇ ਐਂਥੂਜ਼ੀਆਸਟ ਨਾਲ ਦੁਬਾਰਾ ਲੱਗਾਂਗੇ। ਧੰਨਵਾਦ ਗੱਲਬਾਤ ਕਰਨ ਲਈ। ਸੋ ਸਵਾਲ ਬਹੁਤ ਵੱਡਾ ਹੈ ਕਿ ਜਿੱਥੇ ਤਾਂ ਕਰੋਨਾ ਦੀ ਮਹਾਮਾਰੀ ਨੇ ਵੱਡੀ ਮਾਰ ਮਾਰੀ ਆ, ਪਰ ਉੱਥੇ ਸਰਕਾਰਾਂ ਨੂੰ ਵੀ ਚਾਹੀਦਾ ਆ ਕਿ ਅਸੀਂ ਲੋਕਾਂ ਦੇ ਨਾਲ ਖੜੀਏ। ਜਿਸ ਤਰੀਕੇ ਨਾਲ ਪਿਛਲੇ ਸਾਲ ਦੇ ਆਧਾਰ ਦੇ ਹਿਸਾਬ ਨਾਲ ਬਿੱਲ ਜਿਹੜੇ ਆ ਭੇਜੇ ਜਾ ਰਹੇ ਆ, ਹਾਲਾਂਕਿ ਜਿਵੇਂ ਦੱਸਿਆ ਮਾਰਚ ਦੇ ਮਹੀਨੇ ਦਾ 81,000 ਬਿੱਲ ਹੈ, ਪਰ ਉਸ ਤੋਂ ਅਗਲੇ ਮਹੀਨੇ ਜਿਹਦੇ ਵਿੱਚ ਪੱਖਾ ਤੱਕ ਨਹੀਂ ਚਲਾਇਆ ਉਹਦੇ ਵਿੱਚ 1 ਲੱਖ ਤੋਂ ਵੱਧ ਦਾ ਬਿੱਲ ਪਾ ਦਿੱਤਾ, ਜਦ ਕਿ ਕੋਈ ਵੀ ਬਿਜਲੀ ਜਿਹੜੀ ਆ ਉੱਥੇ ਨਹੀਂ ਫੂਕੀ ਗਈ। ਤਾਂ ਹੁਣ ਮਈ ਦਾ ਮਹੀਨਾ ਵੀ ਅੱਧਾ ਨਿਕਲ ਚੁੱਕਾ ਆ, ਤਾਂ ਹੁਣ ਇਸ ਮਈ ਮਹੀਨੇ ਦਾ ਵੀ ਬਿੱਲ ਜਿਹੜਾ ਮੈਨੂੰ ਇਸ ਤਰੀਕੇ ਨਾਲ ਲੱਗਦਾ ਜੇਕਰ ਅਪ੍ਰੈਲ ਦਾ ਆਇਆ ਤਾਂ ਮਈ ਦਾ ਵੀ ਆਵੇਗਾ। ਪਰ ਇਹਨਾਂ ਚੀਜ਼ਾਂ ਤੋਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਮਹਾਮਾਰੀ ਜਿਹੜੀ ਹੈ ਇਸ ਵੇਲੇ ਫੈਲੀ ਹੋਈ ਆ, ਉਹਦੀ ਮਾਰ ਬਹੁਤ ਵੱਡੀ ਆ, ਅਤੇ ਜੇਕਰ ਅਜਿਹੀਆਂ ਮਾਰਾਂ ਹੋਰ ਇਨਸਾਨ ਨੂੰ ਪੈਣ ਲੱਗ ਗਈਆਂ ਤਾਂ ਫਿਰ ਉਹਦੇ ਲਈ ਉੱਠਣਾ ਬਹੁਤ ਮੁਸ਼ਕਲ ਹੋ ਜਾਵੇਗਾ। ਕੈਮਰਾਮੈਨ ਮੁਕੇਸ਼ ਬਾਵਾ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।